ਅੱਜ ਪੋਹ ਸੁਦੀ 7ਵੀਂ ਦਾ ਦਿਨ ਸਤਿਗੁਰੂ ਕਲਗੀਧਰ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਗੁਰਪੁਰਬ ਹੈ। ਸਤਿਗੁਰਾਂ ਦੇ ਇਸ ਮਹਾਨ ਪਵਿੱਤਰ ਗੁਰਪੁਰਬ ਦਿਹਾੜੇ ਦੀਆਂ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਦਿਨ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ 1723 ਬਿਕਰਮੀ ਸੰਮਤ 23 ਪੋਹ ਸੁਦੀ 7ਵੀਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਧੰਨ ਮਾਤਾ ਗੁਜਰ ਕੌਰ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ। ਇਸ ਪਟਨੇ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, ਇਤਿਹਾਸ ਦੇ ਤੱਥਾਂ ਅਨੁਸਾਰ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਵੇਲੇ ਅਸਾਮ ਦੀ ਮੁਹਿੰਮ ਤੇ ਗਏ ਹੋਏ ਨੇ। ਜਿਸ ਵੇਲੇ ਇਹ ਖਬਰ ਪਹੁੰਚਦੀ ਹੈ ਤਾਂ ਉਸ ਵੇਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰੀ ਵਿੱਚ ਫੌਜਾਂ ਵੱਲੋਂ ਵੀ ਤੋਪਾਂ ਦੀਆਂ ਸਲਾਮੀਆਂ ਦੇ ਕੇ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਰਉਪਕਾਰਾਂ ਦੀ ਦਾਸਤਾਨ ਬੇਅੰਤ ਅਸੀਸਾਂ ਨਾਲ ਪਰਉਪਕਾਰਾਂ ਨਾਲ ਭਰੀ ਹੋਈ ਹੈ। ਸਮਰੱਥਾ ਨਹੀਂ ਕਿ ਸਮਗਰ ਰੂਪ ਵਿੱਚ ਧੰਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਰਉਪਕਾਰਾਂ ਨੂੰ ਕਿਸੇ ਅੱਖਰਾਂ ਵਿੱਚ ਪਾ ਕੇ ਬੋਲਿਆ ਜਾ ਸਕੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਪਣੇ ਪਵਿੱਤਰ ਮੁਬਾਰਕ ਬਚਨ ਨੇ ਮੁਰਪਿਤ ਪੂਰਬ ਕੀ ਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਵੇਣੀ ਭਏ ਪੁੰਨ ਦਾਨ ਦਿਨ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਇਹ ਸਤਿਗੁਰਾਂ ਦੇ ਪਵਿੱਤਰ ਮੁਬਾਰਕ ਬਚਨ ਆਪਣੀ ਰਸਨਾ ਤੋਂ ਉਚਾਰਨ ਹੋਏ ਨੇ। ਜੇ ਫਿਰ ਪੁੱਛਿਆ ਜਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਹੜਾ ਮੁੱਖ ਕਾਰਜ ਕਰਨ ਵਾਸਤੇ ਸੰਸਾਰ ਤੇ ਇਸ ਰੂਪ ਵਿੱਚ ਆਏ ਹੋ, ਤਾਂ ਸਤਿਗੁਰਾਂ ਦੇ ਆਪਣੇ ਮੁਬਾਰਕ ਬਚਨ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕਾ ਮੂਲ ਉਬਾਰਨ। ਸਤਿਗੁਰੂ ਸਾਹਿਬ ਜੀ ਦੇ ਇਸ ਅਵਤਾਰ ਧਾਰ ਕੇ ਸੰਸਾਰ ਤੇ ਮਨੁੱਖੀ ਜਾਮੇ ਵਿੱਚ ਆਉਣ ਦਾ ਮੁੱਖ ਮੂਲ ਮਕਸਦ ਹੀ ਇਹ ਹੈ, ਇਸ ਧਰਤੀ ਤੇ ਧਰਮ ਦੇ ਨਾਂ ਥੱਲੇ ਹੋ ਰਹੇ ਅਧਰਮ, ਧਰਮ ਦੇ ਨਾਂ ਥੱਲੇ ਹੋ ਰਹੇ ਜ਼ੁਲਮ, ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਵੀ ਜਿਹੜੇ ਧਰਮ ਭੁੱਲ ਗਏ ਨੇ, ਧਰਮੀ ਅਖਵਾਉਣ ਵਾਲੇ ਹੀ ਨਹੀਂ ਬਲਕਿ ਧਰਮ ਦੇ ਸਥਾਪਨਾ ਕਰਨ ਵਾਲੇ, ਧਰਮ ਦਾ ਪ੍ਰਚਾਰ ਕਰਨ ਵਾਲੇ, ਧਰਮ ਦੀ ਆਪਣੇ ਆਪ ਦੇ ਵਿੱਚ ਰੱਖਿਆ ਕਰਨ ਵਾਲੇ ਆਪ ਹੀ ਆਪਣੇ ਜੀਵਨ ਵਿੱਚੋਂ ਧਰਮ ਦੇ ਗੁਣਾਂ ਨੂੰ ਤਿਆਗ ਬੈਠੇ ਨੇ। ਉਹਨਾਂ ਸਾਰਿਆਂ ਨੂੰ ਧਰਮ ਸਿਖਾਉਣ ਵਾਸਤੇ ਆਏ ਨੇ। ਰੱਬ ਦੇ ਪਿਆਰੇ ਬੰਦਗੀ ਵਾਲੇ, ਨਾਮ ਦੀ ਸਿਮਰਨ ਦੀ ਬੰਦਗੀ ਦੇ ਆਨੰਦ ਵਿੱਚ ਜੁੜਨ ਵਾਲੀਆਂ ਉਹਨਾਂ ਪਵਿੱਤਰ ਰੂਹਾਂ ਜਿਨ੍ਹਾਂ ਉੱਤੇ ਇਸ ਧਰਤੀ ਤੇ ਵਸਣ ਵਾਲਿਆਂ ਰਾਜਿਆਂ ਮਹਾਰਾਜਿਆਂ ਤੇ ਜ਼ੁਲਮ ਕਰਨ ਵਾਲਿਆਂ ਜ਼ਾਲਮਾਂ ਵੱਲੋਂ ਇੰਤਹਾ ਅਤਿਆਚਾਰ ਕੀਤਾ ਜਾ ਰਿਹਾ ਹੈ, ਇਸ ਜ਼ੁਲਮ ਵਿੱਚੋਂ ਉਹਨਾਂ ਰੱਬ ਦੇ ਪਿਆਰਿਆਂ ਸੰਤਾਂ ਸਾਧੂਆਂ ਨੂੰ ਉਬਾਰਨ ਵਾਸਤੇ ਆਏ ਨੇ। ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਪ੍ਰਕਾਸ਼ ਦਿਹਾੜੇ ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਦੇ ਇਸ ਪ੍ਰਕਾਸ਼ ਦੀ ਖਬਰ ਕਹਿ ਲਓ ਸੂਝ ਪੈਂਦੀ ਏ ਘੋੜਾਮ ਵਾਲੇ ਭੀਖਣ ਸ਼ਾਹ ਗੁਰੂ ਪਿਆਰੇ ਪਰਮੇਸ਼ਰ ਦੇ ਪਿਆਰੇ ਤਾਂ ਇੱਥੇ ਹੀ ਬੈਠੇ ਹੋਏ ਆਪਣੀ ਇਸਲਾਮੀ ਸ਼ਰ੍ਹਾ ਦੇ ਉਲਟ ਜਾ ਕੇ ਉਹਨਾਂ ਦੇ ਨਿਯਤ ਕੀਤੇ ਹੋਏ ਪਾਸੇ ਸਾਈਡ ਨੂੰ ਛੱਡ ਕੇ ਬਿਲਕੁਲ ਉਲਟੇ ਪਾਸੇ ਨੂੰ ਨਮਸਕਾਰ ਸਜਦਾ ਕਰ ਦਿੱਤਾ ਹੈ। ਤੇ ਸਾਰੇ ਚੇਲੇ ਚਾਟੜੇ ਵੀ ਜਿਹੜੇ ਕਿੰਨੇ ਚਿਰਾਂ ਦੇ ਨਾਲ ਰਹਿ ਕੇ ਕੁਝ ਇਸਲਾਮੀ ਸ਼ਰ੍ਹਾ ਦੀਆਂ ਗੱਲਾਂ ਸਿੱਖ ਰਹੇ ਨੇ, ਇਬਾਦਤ ਦੀਆਂ ਬਾਤਾਂ ਪਾ ਰਹੇ ਨੇ, ਹੈਰਾਨ ਹੋ ਗਏ ਤੇ ਹੈਰਾਨ ਹੋ ਕੇ ਪੁੱਛਦੇ ਨੇ ਇਹ ਕੀ ਪੀਰ ਜੀ, ਤੁਸੀਂ ਅੱਜ ਉਲਟੇ ਬੰਨੇ ਸਜਦਾ ਕੀਤਾ ਹੈ। ਤੇ ਪੀਰ ਸਾਹਿਬ ਦੇ ਅੱਖਰ ਸਨ, ਪਿਆਰਿਓ ਜਿਹੜੇ ਖੁਦਾ ਨੂੰ ਕਦੇ ਵੇਖਿਆ ਨਹੀਂ ਸੀ, ਕਦੇ ਉਹਦੇ ਸਰੂਪ ਨੂੰ ਤੱਕਿਆ ਨਹੀਂ ਸੀ, ਕੇਵਲ ਸਰਾਂ ਦਿਆਂ ਬੰਧਨਾਂ ਵਿੱਚ ਬੱਝ ਕੇ ਇਹ ਉਹਨਾਂ ਵੱਲੋਂ ਦਿੱਤੀ ਹੋਈ ਡਾਇਰੈਕਸ਼ਨ ਅਨੁਸਾਰ ਇੱਕ ਪਾਸੇ ਕਿ ਪ੍ਰਮਾਤਮਾ ਖੁਦਾ ਇੱਕੋ ਹੀ ਪਾਸੇ ਆ, ਉਹਨੂੰ ਨਮਸਕਾਰ ਕਰਨ ਵਾਸਤੇ ਉਸੇ ਪਾਸੇ ਨੂੰ ਸਜਦਾ ਕਰਨਾ ਪੈਣਾ। ਪਰ ਅੱਜ ਮੇਰੀ ਨਿਗਾਹ ਵਿੱਚ, ਅੱਜ ਮੇਰੇ ਧਿਆਨ ਵਿੱਚ ਇੱਕ ਐਸਾ ਅਗੰਮੀ ਕੌਤਕ ਵਾਪਰਿਆ ਵੀ ਜਿਹੜੇ ਕਰਤੇ ਪੁਰਖ, ਜਿਹੜੇ ਖੁਦਾ ਅੱਲਾਹ ਤਾਲਾ ਨੂੰ ਇਸ ਪਾਸੇ ਮੱਥਾ ਟੇਕਦੇ ਹੋਏ ਮਹਿਸੂਸ ਕਰਦੇ ਸੀ, ਅੱਜ ਉਹ ਖੁਦਾ ਇੱਕ ਮਨੁੱਖੀ ਜਾਮੇ ਵਿੱਚ ਪਟਨੇ ਦੀ ਧਰਤੀ ਤੇ ਸੰਸਾਰ ਵਿੱਚ ਆ ਗਿਆ। ਬੜੇ ਭਾਵਕ ਬਚਨ ਸਨ ਪੀਰ ਸਾਹਿਬ ਦੇ।
ਇੱਥੋਂ ਚੱਲ ਪਿਆ ਪਟਨੇ ਦੀ ਧਰਤੀ ਨੂੰ ਸਜਦਾ ਕਰਨ ਵਾਸਤੇ। ਪਟਨੇ ਵਿੱਚ ਆਏ ਉਸ ਇਲਾਹੀ ਨੂਰ ਪਰਮੇਸ਼ਰ ਵਾਹਿਗੁਰੂ ਖੁਦਾ ਦੇ ਦਰਸ਼ਨ ਕਰਨ ਵਾਸਤੇ। ਇਤਿਹਾਸਕਾਰਾਂ ਦੀਆਂ ਰਿਆਵਾਂ ਅਨੁਸਾਰ ਨੰਗੇ ਚਰਨੀ ਠੰਡ ਦੀ ਰੁੱਤ ਇਹ ਮੰਜ਼ਲਾਂ ਮਾਰਦਾ ਹੋਇਆ ਪਟਨੇ ਸਾਹਿਬ ਦੀ ਧਰਤੀ ਤੇ ਪਹੁੰਚਿਆ। ਹਾਲਾਤਾਂ ਨੂੰ ਮੱਦੇ ਨਜ਼ਰ ਰੱਖ ਕੇ, ਹਾਲਾਤਾਂ ਦੇ ਇਹਨਾਂ ਆਸੇ-ਪਾਸੇ ਦੇ ਹਾਲਾਤਾਂ ਨੂੰ ਭਾਂਪ ਕੇ ਕਿਸੇ ਵੀ ਅਣਜਾਣ ਤੱਕ ਸਾਹਿਬਜ਼ਾਦਾ ਦੀ ਜੋ ਹਜ਼ੂਰੀ ਹੈ ਉਸ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਇਸ ਪੀਰ ਨੇ ਵੀ ਜਾ ਕਰਕੇ ਬੇਨਤੀ ਕੀਤੀ ਹੈ, ਮੈਂ ਖੁਦਾ ਦੇ ਦਰਸ਼ਨ ਕਰਨ ਆਇਆ ਹਾਂ, ਮੈਂ ਬਾਲਾ ਪ੍ਰੀਤਮ ਜੀ ਦੇ ਦਰਸ਼ਨ ਕਰਨ ਆਇਆ ਹਾਂ। ਇਨਕਾਰ ਕਰਨ ਤੋਂ ਉਸੇ ਹੀ ਘਰ ਦੀਆਂ ਦਲੀਜਾਂ ਤੇ ਬੈਠ ਗਿਆ। ਜਦੋਂ ਤੱਕ ਦੀਦਾਰ ਨਾ ਹੋਏ ਉਦੋਂ ਤੱਕ ਜਾਵਾਂਗਾ ਨਹੀਂ, ਜਦੋਂ ਤੱਕ ਦੀਦਾਰ ਨਾ ਹੋਏ ਉਦੋਂ ਤੱਕ ਆਪਣੇ ਪੇਟ ਪੂਰਤੀ ਵਾਸਤੇ ਨਾ ਪੀਵਾਂਗਾ ਨਾ ਕੁਝ ਖਾਵਾਂਗਾ। ਕੁਝ ਸਮੇਂ ਤੋਂ ਬਾਅਦ ਹੀ ਮਾਤਾ ਜੀ ਨੇ ਸਤਿਗੁਰਾਂ ਦੇ ਮਾਮਾ ਜੀ ਨਾਲ ਸਲਾਹ ਕਰਕੇ, ਬਾਕੀ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਬਾਲਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਇਸ ਪੀਰ ਨੂੰ ਕਰਵਾਏ ਨੇ। ਸਜਦਾ ਕੀਤਾ ਹੈ। ਗੁਪਤ ਰੂਪ ਦੇ ਵਿੱਚ ਆਪਣੇ ਇਸ਼ਾਰਿਆਂ ਅਨੁਸਾਰ ਸੰਸਾਰ ਦੇ ਪਰਉਪਕਾਰ ਵਾਸਤੇ ਕੁਝ ਸਵਾਲ ਕੀਤੇ ਨੇ, ਜਿਹਨੂੰ ਤੁਸੀਂ ਆਮ ਤੌਰ ਤੇ ਇਤਿਹਾਸ ਦੇ ਪੰਨਿਆਂ ਵਿੱਚੋਂ ਦੋ ਕੁੱਜੀਆਂ ਦੇ ਰੂਪ ਵਿੱਚ, ਜਿਹਦੇ ਇੱਕ ਵਿੱਚ ਦੁੱਧ ਹੈ ਇੱਕ ਵਿੱਚ ਪਾਣੀ ਹੈ, ਬਾਲਾ ਪ੍ਰੀਤਮ ਜੀ ਵੱਲ ਨੂੰ ਕਰਦਾ ਹੈ। ਹੁਣ ਵੇਖਣ ਵਾਲੇ ਸੁਣਨ ਵਾਲੇ ਕੌਣ ਜਾਣਦੇ ਸਨ ਗੁੱਜੀਆਂ ਰਮਜ਼ਾਂ ਨੂੰ ਵੀ ਇਹਨਾਂ ਵਿੱਚ ਕੀ ਹੈ। ਉਹ ਦੋਵੇਂ ਕੁੱਜੀਆਂ ਜਦੋਂ ਸਤਿਗੁਰੂ ਸਾਹਿਬ ਜੀ ਵੱਲ ਕੀਤੀਆਂ ਨੇ ਤੇ ਨੰਨੇ ਨੰਨੇ ਨਿੱਕੇ ਨਿੱਕੇ ਆਪਣੇ ਹਸਤ ਕਮਲ ਬਾਹਰ ਕੱਢ ਕੇ ਉਹਨਾਂ ਦੋਨਾਂ ਹੀ ਕੁੱਜੀਆਂ ਤੇ ਹੱਥ ਰੱਖ ਦਿੱਤਾ ਤੇ ਹਿਲਾ ਕਰਕੇ ਦੋਵੇਂ ਹੀ ਰੋੜ ਦਿੱਤੀਆਂ, ਜਿਨ੍ਹਾਂ ਵਿੱਚੋਂ ਪਾਣੀ ਵੀ ਰੁੜਨ ਲੱਗ ਪਿਆ ਤੇ ਦੁੱਧ ਵੀ ਰੁੜਨ ਲੱਗ ਪਿਆ, ਪਰ ਦੋਵੇਂ ਹੀ ਇਕੱਠੇ ਹੋ ਕਰਕੇ ਇੱਕੋ ਪਾਣੀ ਦੀ ਧਾਰ ਬਣ ਕੇ ਵਗ ਤੁਰੇ। ਮਾਨੋ ਇਹਨਾਂ ਕੁੱਜੀਆਂ ਦੇ ਬਹਾਨੇ ਇਸ ਪੀਰ ਦਾ ਇੱਕ ਸਵਾਲ ਸੀ, ਮਹਾਰਾਜ ਇੱਕ ਮੁਸਲਮਾਨ ਧਰਮ ਹੈ, ਇੱਕ ਕੁੱਜੀ ਮਾਨੋ ਹਿੰਦੂ ਧਰਮ ਹੈ। ਮੈਨੂੰ ਇਹ ਮਹਿਸੂਸ ਹੋਇਆ ਤੁਸੀਂ ਖੁਦਾ ਆਪ ਰੂਪ ਧਾਰ ਕੇ ਆਏ ਹੋ, ਪਰ ਇੱਕ ਗੱਲ ਮੇਰੇ ਅੰਦਰ ਸਵਾਲ ਖਾਈ ਜਾਂਦੀ ਹੈ ਵੀ ਤੁਸੀਂ ਕਿਹੜੇ ਧਰਮ ਦੀ ਰਾਖੀ ਕਰਨੀ ਹੈ। ਹਿੰਦੂ ਧਰਮ ਦੇ ਰਾਖੇ ਬਣ ਕੇ ਆਏ ਹੋ ਕਿ ਜਾਂ ਇਸਲਾਮ ਸਦਾ ਮੁਸਲਮਾਨ ਧਰਮ ਦੇ ਰਾਖੇ ਬਣ ਕੇ ਆਏ ਹੋ। ਇਹਨਾਂ ਵਿੱਚੋਂ ਇੱਕ ਕੁੱਜੀ ਮੈਂ ਇਸਲਾਮ ਧਰਮ ਦੇ ਨਾਂ ਤੇ, ਇੱਕ ਕੁੱਜੀ ਮੈਂ ਹਿੰਦੂ ਧਰਮ ਦੇ ਨਾਂ ਤੇ ਆਪਣੇ ਮਨ ਵਿੱਚ ਰੱਖੀ ਸੀ ਵੀ ਜੇ ਇੱਕ ਕੁੱਜੀ ਤੇ ਹੱਥ ਰੱਖਿਆ ਤੇ ਮੈਂ ਸਮਝ ਲਵਾਂਗਾ ਕਿਹੜੇ ਧਰਮ ਦੀ ਰਾਖੀ ਕਰਨ ਵਾਸਤੇ ਆਏ ਨੇ। ਸਤਿਗੁਰੂ ਸਾਹਿਬ ਜੀ ਨੇ ਦੋਨਾਂ ਹੀ ਕੁੱਜੀਆਂ ਤੇ ਇਕੱਠੇ ਹੱਥ ਰੱਖ ਕੇ ਫਿਰ ਹਿਲਾ ਕਰਕੇ ਡੋਲਿਆ ਤੇ ਦੋਵਾਂ ਦਾ ਪਾਣੀ ਤੇ ਦੁੱਧ ਇੱਕ ਧਾਰ ਬਣ ਕੇ ਵਗ ਗਿਆ। ਮਹਾਰਾਜ ਸਾਹਿਬ ਜੀ ਦਾ ਇਸ਼ਾਰਾ ਸੀ, ਕਹਿਣ ਲੱਗੇ ਸਜਣਾ ਸਾਡੇ ਅੰਦਰ ਕੋਈ ਐਸੀ ਵੈਰ ਭਾਵਨਾ ਨਹੀਂ, ਅਸੀਂ ਦੋਵਾਂ ਦਾ ਇੱਕੋ ਜਿਹਾ ਪਿਆਰ ਲੈਣ ਦਾ ਯਤਨ ਕਰਾਂਗੇ, ਦੋਵਾਂ ਨੂੰ ਇੱਕੋ ਜਿਹਾ ਸਮਝਾਂਗੇ, ਪਰ ਯਾਦ ਰੱਖੀ ਇਹਨਾਂ ਦੋਨਾਂ ਦੇ ਵਿੱਚੋਂ ਮਿਕਸ ਹੋ ਕਰਕੇ ਦੁੱਧ ਅਤੇ ਪਾਣੀ ਦੇ ਰੂਪ ਵਿੱਚ ਇੱਕ ਸਿੱਖ ਧਰਮ ਹੋਰ ਪੈਦਾ ਹੋਣਾ, ਇਹਦੀ ਸਥਾਪਨਾ ਅਸੀਂ ਕਰਨੀ ਹੈ। ਇਤਿਹਾਦਕ ਦੇ ਇਹ ਮਹਾਨ ਪਰਉਪਕਾਰਾਂ ਦੇ ਰਹਿਮਤਾਂ ਦੇ ਗੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਲਕ ਅਵਸਥਾ ਵਿੱਚ ਹੀ ਸਾਡੀ ਝੋਲੀ ਪਾਉਣਾ ਕੀਤੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਲੰਬੇਰਾ ਜੀਵਨ ਇਤਿਹਾਸ ਵਿਸਥਾਰ ਪੂਰਵਕ ਦਰਸ਼ਨ ਕਰਨ ਦਾ ਯਤਨ ਕਰੀਏ ਤੇ ਬਹੁਤ ਸਮਾਂ ਲੱਗੇਗਾ, ਪਰ ਜੇ ਆਪਣੇ ਆਪ ਦੇ ਇਸ ਅੰਦਰ ਦੇ ਅਹਿਸਾਸ ਨੂੰ, ਗੁਰੂ ਸਾਹਿਬਾਂ ਦੇ ਇਹ ਮਹਾਨ ਪਰਉਪਕਾਰੀ ਜੀਵਨ ਨੂੰ, ਉਹਨਾਂ ਦੇ ਉਪਦੇਸ਼ ਨੂੰ ਵਿਚਾਰਨ ਦਾ ਯਤਨ ਕਰੀਏ, ਆਪਣੇ ਮਨ ਦੀ ਭਾਵਨਾ ਲੈ ਕੇ ਉੱਥੇ ਜਾਣ ਦਾ ਯਤਨ ਕਰੀਏ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਪਟਨੇ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਮੇਰੇ ਸਤਿਗੁਰੂ ਦਾਤਾ ਜੀ ਨੇ ਆਪਣੇ ਬਾਲਪਨੇ ਦੀਆਂ ਖੇਡਾਂ ਖੇਡੀਆਂ ਨੇ। ਭਾਵਨਾ ਵਾਲੇ ਗੁਰਸਿੱਖਾਂ ਨੂੰ ਅੱਜ ਵੀ ਉਸ ਪਟਨੇ ਦੀਆਂ ਗਲੀਆਂ ਵਿੱਚੋਂ ਬਾਲਾ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਬਾਲਕਿਆਂ ਦੀਆਂ ਫੌਜਾਂ ਢਾਣੀਆਂ ਸਮੇਤ ਦੌੜਦੇ ਭੱਜਦੇ ਹੋਏ ਦਰਸ਼ਨ ਹੁੰਦੇ ਨੇ, ਉਹਨਾਂ ਦੀਆਂ ਆਹਤਾਂ ਉੱਥੋਂ ਮਹਿਸੂਸ ਹੁੰਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਤੇ ਬੀਬੀਆਂ ਦੇ ਘੜੇ ਭੰਨ ਕੇ, ਤੀਰ ਕਮਾਨ ਨਾਲ ਗਾਗਰਾਂ ਭੰਨ ਕੇ ਪਰਉਪਕਾਰੀ ਹੋਣ ਦਾ ਜੋ ਉਹ ਪ੍ਰਸੰਗ ਪ੍ਰਗਟ ਕੀਤਾ, ਅੱਜ ਵੀ ਤਖਤ ਸਾਹਿਬ ਤੋਂ ਰੋਜ਼ਾਨਾ ਉਸ ਗੱਲ ਦਾ ਜ਼ਿਕਰ ਕਰਕੇ ਸੰਗਤਾਂ ਨੂੰ ਸਰਵਣ ਕਰਵਾਇਆ ਜਾਂਦਾ ਹੈ।
ਇਸੇ ਧਰਤੀ ਤੇ ਪੰਡਤ ਸ਼ਿਵਦੱਤ ਵਰਗਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀਆਂ ਭਾਵਨਾਵਾਂ ਅਨੁਸਾਰ ਜਿਹੜੇ ਰੂਪ ਵਿੱਚ ਉਹ ਆਪਣੇ ਭਗਵਾਨ ਦੀ ਉਪਾਸਨਾ ਕਰਦੇ ਸੀ, ਐਸੇ ਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ। ਰਾਣੀ ਮਹਿਣੀ ਵਰਗਿਆਂ ਦੀਆਂ ਝੋਲੀਆਂ ਭਰ ਦਿੱਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਤੇ ਅੱਜ ਤੱਕ ਉਸ ਅਸਥਾਨ ਤੇ ਜਿਹੜੀਆਂ ਛੋਲਿਆਂ ਦੀਆਂ ਘੁੰਗਣੀਆਂ ਦਾ ਪ੍ਰਸ਼ਾਦ ਮੇਰੇ ਦਾਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਛਕਿਆ ਸੀ, ਉਸੇ ਬਹਾਨੇ ਅੱਜ ਤੱਕ ਵੀ ਉੱਥੇ ਸੰਗਤ ਬਾਲਕਾਂ ਵਿੱਚ ਵਰਤਦਾ ਹੈ। ਗੁਰੂ ਸਾਹਿਬਾਂ ਦੇ ਬਚਨ ਨੇ ਕਿ ਮਾਤਾ ਜਿਸ ਵੇਲੇ ਪਿਆਰ ਨਾਲ ਚੇਤੇ ਕਰਕੇ ਘੁੰਗਣੀਆਂ ਦਾ ਪ੍ਰਸ਼ਾਦ ਬਣਾ ਕਰਕੇ ਸੰਗਤਾਂ ਨੂੰ, ਬੱਚਿਆਂ ਨੂੰ, ਬਾਲਕਿਆਂ ਨੂੰ ਛਕਾਏਂਗੇ, ਉਹਨਾਂ ਵਿੱਚ ਬਹਿ ਕੇ ਮੈਂ ਛਕਾਂਗਾ। ਤੇ ਗੁਰੂ ਕੇ ਸਿੱਖੋਏ ਕੌਤਕ ਵਰਤਦੇ ਨੇ। ਇਤਿਹਾਦਕ ਦੇ ਹੋਰ ਬੇਅੰਤ ਪਰਉਪਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਧਰਤੀ ਤੇ ਕੀਤੇ। ਉਹਦੇ ਤੋਂ ਬਾਅਦ ਫਿਰ ਮਦਰ ਦੇਸ ਹਮ ਕੋ ਲੈ ਆਏ, ਭਾਂਤ ਭਾਂਤ ਦਾਈਆਂ ਨੂੰ ਦੁਲਰਾਏ, ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਛਿੱਛਾ। ਉੱਥੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਆਪਣੇ ਪੰਜਾਬ ਦੇਸ਼ ਵਿੱਚ ਸਾਡੇ ਪਿਤਾ ਜੀ ਦੀ ਆਗਿਆ ਨਾਲ ਸਾਡਾ ਪਰਿਵਾਰ ਸਾਰੇ ਪਟਨੇ ਸਾਹਿਬ ਤੋਂ ਚੱਲ ਕੇ ਆ ਗਏ। ਸਾਨੂੰ ਇਸ ਪੰਜਾਬ ਦੇਸ਼ ਵਿੱਚ ਲੈ ਆਂਦਾ ਗਿਆ। ਬੜੇ ਚਾਅ, ਬੜੇ ਮਲਹਾਰ, ਬੜੀਆਂ ਖੁਸ਼ੀਆਂ, ਬੜੇ ਤਰੀਕਿਆਂ ਪਰਉਪਕਾਰਾਂ ਦੀ ਵਿਦਿਆ, ਗਿਆਨ, ਲਾਡ, ਇਹ ਸਭ ਕੁਝ ਅਸੀਂ ਤੱਕਿਆ, ਵੇਖਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਇਸ ਲਿਖਤ ਵਿੱਚ ਆਪ ਅੱਗੇ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੀਆਂ ਖੁਸ਼ੀਆਂ ਭਰੀਆਂ, ਆਨੰਦ ਭਰੀਆਂ ਜ਼ਿੰਦਗੀਆਂ ਦੇ ਇਹ ਸਮੇਂ, ਇਹ ਦਿਨ ਲੰਘ ਰਹੇ ਸਨ। ਪਰ ਉਸ ਵੇਲੇ ਇਸ ਦੇਸ਼ ਦੀ ਪ੍ਰਜਾ ਉੱਤੇ ਜ਼ੁਲਮ ਆਰੰਭ ਹੋਇਆ। ਜ਼ਬਰਦਸਤੀ ਉਹਨਾਂ ਦਾ ਧਰਮ ਖੋ ਕੇ ਦੂਸਰੇ ਧਰਮ ਵਿੱਚ ਤਬਦੀਲ ਕਰਨ ਦਾ ਇੱਕ ਜ਼ਾਲਮਾਨਾ ਇਤਿਹਾਸ ਕਾਂਡ ਆਰੰਭ ਹੋਇਆ। ਉਸ ਜ਼ੁਲਮ ਹੁੰਦੇ ਹੋਏ ਇਸ ਪਾਪ ਦੇ ਰੂਪ ਵਿੱਚ ਜੋ ਅਤਿਆਚਾਰ ਹੋ ਰਿਹਾ ਸੀ, ਉਹਨੂੰ ਠੱਲ ਪਾਉਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਾ ਵਾਰਨ ਵਾਸਤੇ, ਆਪਾ ਕੁਰਬਾਨ ਕਰਨ ਵਾਸਤੇ ਦਿੱਲੀ ਨੂੰ ਚਲੇ ਗਏ ਨੇ। ਜਬ ਹਮ ਧਰਮ ਕਰਮ ਮੋ ਆਏ, ਦੇਵਲੋਕ ਤਬ ਪਿਤਾ ਸਿਧਾਏ। ਜਿਸ ਵੇਲੇ ਧਰਮ ਕਰਮ ਦੀਆਂ ਕਿਰਿਆਵਾਂ ਨੂੰ ਨਿਭਾਉਣ ਵਾਸਤੇ ਇੰਨੀ ਕੁ ਆਰਜ਼ੂ ਸਾਡੀ ਹੋਈ ਤੇ ਉਸ ਵੇਲੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇਵਲੋਕ ਨੂੰ ਚਲੇ ਗਏ, ਜੋਤੀ ਜੋਤ ਸਮਾ ਗਏ। ਉਸ ਵੇਲੇ ਕਿਉਂਕਿ ਜਿਵੇਂ ਆਪਾਂ ਪਹਿਲੋਂ ਅੱਖਰ ਵਰਤੇ ਨੇ, ਸੁਣੇ ਨੇ, 1723 ਬਿਕਰਮੀ ਸੰਮਤ ਨੂੰ ਸਤਿਗੁਰੂ ਕਲਗੀਧਰ ਪਿਤਾ ਜੀ ਦਾ ਅਵਤਾਰ ਹੈ ਤੇ 1732 ਬਿਕਰਮੀ ਸੰਮਤ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੇ ਉਸ ਤੋਂ ਬਾਅਦ ਨਾਲ ਹੀ ਇਹ ਗੁਰਿਆਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲੀ। ਤੇ 23 ਤੋਂ ਲੈ ਕੇ 32 ਮਾਨੋ ਜੇ 10 ਸਾਲ ਦੀ ਆਰਜ਼ੂ ਵੀ ਪੂਰੀ ਨਹੀਂ ਹੋਈ, 9 ਸਾਲ ਦੀ ਆਰਜ਼ੂ ਹੈ। ਜਿਸ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਗੱਦੀ ਦਾ ਤਿਲਕ ਬਾਬਾ ਰਾਮ ਕੋਇਰ ਸਾਹਿਬ ਜੀ, ਅੰਸ਼ ਬੰਸ ਬਾਬਾ ਬੁੱਢਾ ਸਾਹਿਬ ਜੀਆਂ ਨੇ ਦੇਖ ਕੇ ਇਸ ਤਖਤ ਤੋਂ ਤਾਜ ਤੇ ਸੁਸ਼ੋਭਿਤ ਕੀਤਾ। ਇੱਥੋਂ ਅੱਗੇ ਇਤਿਹਾਸ ਦੇ ਉਹ ਮਹਾਨ ਵੱਡਮੁੱਲੇ ਪੰਨੇ ਆਰੰਭ ਹੁੰਦੇ ਨੇ। ਜੋ ਕੁਝ ਪਰਉਪਕਾਰ, ਜੋ ਕੁਝ ਰਹਿਮਤਾਂ ਇਸ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਰਣਜੀਤ ਨਗਾਰੇ ਗੂੰਜੇ। ਰਾਜਾ ਰਤਨ ਰਾਏ ਵਰਗਿਆਂ ਰਾਜਿਆਂ ਵੱਲੋਂ ਚੌਂਕੀ, ਪੰਜ ਕਲਾ ਸ਼ਸਤਰ, ਜਾਮ ਕਟੋਰਾ, ਪ੍ਰਸਾਦੀ ਹਾਥੀ ਇਤਿਆਦਿਕ ਦੀਆਂ ਵੱਡਮੁੱਲੀਆਂ ਵਸਤੂਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਦੀਆਂ ਸ਼ੋਭਾ ਬਣੀਆਂ। ਬੇਅੰਤ ਕੌਤਕ ਰਚੇ, ਬੇਅੰਤ ਜੀਵਾਂ ਦਾ ਉਦਹਾਰ ਤੇ ਕਲਿਆਣ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੰਗਾਣੀ ਦਾ ਯੁੱਧ, ਅਨੰਦਪੁਰ ਸਾਹਿਬ ਦੇ ਘੇਰੇ, ਚਮਕੌਰ, ਮੁਕਤਸਰ ਸਾਹਿਬ ਇਤਿਆਦਿਕ ਦੇ ਵੱਡੇ ਛੋਟੇ 14 ਜੰਗ ਲੜਕੇ ਤੇ 14 ਦੇ 14 ਜਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਾ ਕੁਰਬਾਨ ਕੀਤਾ, ਆਪਾ ਸਰਬੰਸ ਦਾਨ ਕਰ ਦਿੱਤਾ। ਸਾਰਾ ਪਰਿਵਾਰ ਸਿੱਖ ਕੌਮ ਤੋਂ ਵਾਰ ਕੇ ਇਹ ਕਿਹਾ ਕਿ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ। ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਆ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨ ਸਰੂਪ ਆਪਣੀ ਰਸਨਾ ਤੋਂ ਬੋਲ ਕੇ ਕੰਠੋਂ ਉਚਾਰ ਕੇ ਲਿਖਵਾਏ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਲਿਖਾਰੀ ਲਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੂਹ ਸਮਗਰ ਬਾਣੀ ਨੂੰ ਵਿਆਖਿਆ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ। ਇਸ ਤਰ੍ਹਾਂ ਦੇ ਪਰਉਪਕਾਰ ਕਰਦੇ ਹੋਏ ਇਸ ਦਮਦਮਾ ਸਾਹਿਬ ਦੀ ਧਰਤੀ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੱਖਣ ਦੇਸ਼, ਜਿਹਨੂੰ ਅੱਜ ਅਸੀਂ ਹਜ਼ੂਰ ਸਾਹਿਬ ਕਹਿੰਦੇ ਆ, ਇਸ ਧਰਤੀ ਵੱਲ ਨੂੰ ਗਏ। ਉੱਥੇ ਬੇਅੰਤ ਕੌਤਕ ਰਚਾਉਂਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਮਾਧੋਦਾਸ ਬੈਰਾਗੀ ਨੂੰ ਇੱਕ ਐਸੀ ਸਪਿਰਿਟ ਦੇ ਕਰਕੇ, ਇੱਕ ਐਸੀ ਤਾਕਤ ਦੇ ਕਰਕੇ, ਪਾਵਰ ਦੇ ਕਰਕੇ, ਸਿੰਘ ਸਜਾ ਕਰਕੇ ਖਾਲਸਾਈ ਫੌਜਾਂ ਦੇ ਰੂਪ ਵਿੱਚ ਪੰਜਾਬ ਵੱਲ ਨੂੰ ਤੋਰਿਆ। ਤੇ ਉਹਨਾਂ ਨੇ ਇਸ ਪੰਜਾਬ ਦੀ ਧਰਤੀ ਤੇ ਆ ਕਰਕੇ ਸਮਾਣਾ, ਸਢੌੜਾ, ਸਤਬਨੂਰ ਇਤਿਆਦਿਕ ਦੇ ਥਾਵਾਂ ਤੇ ਜੋ ਜ਼ੁਲਮ ਕਰਨ ਵਾਲੇ ਜ਼ਾਲਮ ਬੈਠੇ ਸਨ, ਉਹਨਾਂ ਦੇ ਕੀਤੇ ਹੋਏ ਜ਼ੁਲਮਾਨਾ ਪਾਪ ਦੇ ਫਲ ਦੇ ਕਰਕੇ ਹੋਏ ਜ਼ੁਲਮ ਦੇ ਬਦਲੇ ਲਏ।
ਇਤਿਹਾਦਕ ਦੀ ਲੰਬੀ ਦਾਸਤਾਨ ਹੈ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਉਪਕਾਰਾਂ ਦੀ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਮਹਾਨ ਪਰਉਪਕਾਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਅੱਜ ਪ੍ਰਕਾਸ਼ ਦਿਹਾੜਾ ਗੁਰਪੁਰਬ ਹੈ। ਇਸ ਮਹਾਨ ਪ੍ਰਕਾਸ਼ ਦਿਹਾੜੇ ਗੁਰਪੁਰਬ ਦੀਆਂ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈਆਂ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।